आपके दफ्तर तक अगर कोई फाइल आ रहा है तो इसका मतलब है इंसाफ थाने में नहीं मिल रहा, तो उसके सद्देबाब के लिए आपने साहिबीन को अपने दफ्तर में बुला लिया और उनके मसाइल हल करने के लिए कोशा है। क्या है प्रॉब्लम के नीचे थाने तक इंसाफ नहीं मिलता और आप तक आना पड़ता है? नहीं, मैं पर्सनली ये समझता हूँ कि अगर कंप्लेनेंट आपके ऑफिस में आ रहा है तो इसका ये तासुर नहीं जाना चाहिए कि थाने की सतह के ऊपर जो है वो मामलात प्रॉपर अच्छे तरीके से हैंडल नहीं हो रहे हैं, इंसाफ नहीं मिल पा रहा। मैं मेरा इसमें बिलीफ है कि थाना आप बेसिक यूनिट है और थाने के बेसिक यूनिट में ना सिर्फ SHO काम कर रहा है, उसके ऊपर का टीयर SDPO है, उसके ऊपर का टीयर DPO है। सारे के सारे लोगों का काम जब लोगों की भलाई करना है, लोगों को जस्टिस प्रोवाइड करना है, तो उसमें जितना को पार्ट मैं प्ले कर सकता हूँ बीइंग ए DPO मुझे करना चाहिए, जितना रोल उसमें SDPO उसमें परफॉर्म कर सके उसको करना चाहिए। और जैसे कि मैंने पहले आपसे कहा है कि थाना आपका बेसिक यूनिट है, थाना जितना ज़्यादा इफेक्टिव होगा उतना स्पीडी जस्टिस और उतना लोगों के जो ग्रीवेंसेस हैं उनको हम अच्छे तरीके से एड्रेस कर पाएंगे। तो हम लाइव आपका वो खुली कचहरी में कवरेज कर सकते हैं? बिल्कुल, मैं आपको दिखाता हूँ, आए आप मेरे साथ। देखिए जी, आतिफ नदीर DPO हाफजाबाद किस तरह शहरियों को तहफ़्फ़ुज़ देने के साथ साथ इंसाफ देने में अपना किरदार अदा कर रहे हैं, वो आपको लाइव नाज़िर आपके सामने रखते हैं और देखते हैं। आज नौ नहीं टिकन देंदी शुमेला ते एक सुंदर सराणी ਉਹਨਾਂ ਸਾਨੂੰ ਤੰਗ ਕੀਤਾ ਹੈ, ਬੜਾ ਕੀਤਾ ਹੈ ਤੇ ਨਾਲ ਛੋਰ ਨੂੰ ਵੀ ਲਾ ਲਿਆ ਨੇ ਹਿਜਾਬ ਸੈਨ ਤੇ ਕੱਲ ਵੀ ਉਹ ਕੁੜੀ ਦੇ ਕੋਠੇ ਦੇ ਭੁੱਲਥੀ ਅਠਾ ਛਾਲਾ ਮਾਰ ਦੇ ਗਏ ਤੇ ਮੇਰੀ ਕੁੜੀ ਇਹ ਦੱਸੋ ਕਿ ਤੁਹਾਡੇ ਬੱਚੇ ਕਿਤਨੇ ਨੇ? ਬੱਚੇ 4 ਹਾਂ, ਬੇਟੇ ਕਿਤਨੇ? ਬੇਟੇ 4 ਤੇ 3 ਬੱਚੀਆਂ। ਅੱਛਾ ਜੀ, 4 ਬੇਟੇ ਉਹਨਾਂ ਨੇ। ਬੱਚੀਆਂ ਨੂੰ ਵਡੋਣੇ ਘਰ ਨਹੀਂ ਦਿੰਦੇ, ਪਿਓ ਉਹਨਾਂ ਦਾ ਮਰ ਗਿਆ ਤੇ ਜੀ ਹੁਣ ਉਹ ਨਾਨਾ ਦੇ ਆ ਜੱਠਵਾਂ ਨਾਵਾਂ ਦੇ ਹੋਂ ਬੁੱਢੇ ਮੋਏ ਤੇ ਉਹ ਕੁੜੀਆਂ ਬੋਰੇ ਤੇ ਆਂਗਾਂ ਤੋਂ ਆਂਦੀਆਂ ਨੇ ਇੱਥੇ ਆਂਗਾਂ ਕਿ ਨਹੀਂ, ਮੈਨੂੰ ਇਹ ਗੱਲ ਦੱਸੋ ਕਿ ਇਹ ਹੁਣ ਚੌਂ ਬੱਚਿਆਂ ਨੂੰ ਦੋਨ ਤੰਗ ਕੌਣ ਕਰਦਾ ਹੈ? ਤੰਗ ਫਿਦਾ ਹੁਸੈਨ ਤੇ ਉਹ ਸਵਾਣੀ ਦੇ ਅੱਗੇ ਲੱਗ ਜਾਂਦਾ ਜਾਂ ਬੋਲਦੀ ਹੈ ਤੇ ਉਹ ਫਬਕਾ ਮਾਰਦਾ ਨਸ਼ਈ ਬੰਦਾ ਹੈ ਇਹ ਤੇ ਸਾਰੇ ਸਾਨ ਬੱਚੇ ਬੜਾ ਜਿਹੜੇ ਔਖੇ ਤੁਹਾਡੇ ਉਹ ਵਿਵਾਹ ਵਿਚਾਰੇ ਤੇ ਉਹ ਵੱਖੋ ਵੱਖ ਰਹਿੰਦੇ ਨੇ ਕਿ ਉਹ ਵੱਖੋ ਵੱਖ ਨੇ। ਚੌਥੇ ਮਹੀਨੇ ਉਹ ਫਿਦਾ ਤੋਂ ਮਨੇ ਹੋ ਗਿਆ ਤੇ ਆ ਮੇਰਾ ਬੇਟਾ ਜਿਹੜਾ ਨਾ ਜੀ ਇਹਨੂੰ ਅਗਲੇ ਦੇ ਵੀ ਉਹਨਾਂ 5 ਬੰਦੇ ਸਦਾਏ ਨੇ ਤੇ ਘਰ ਵਿਹੜੇ ਚ ਵਾੜੇ ਨੇ ਧੀਆਂ ਭੈਣਾਂ ਦੇ ਕੋਲ ਕਿਦਾਈ ਦੇ ਕੁੱਤੇ ਤੇ ਇਹਨਾਂ ਦੇ ਹੱਥੀ ਪਾਉਣ ਵਾਸਤੇ। ਨਹੀਂ ਇਹ ਆ ਲੱਤ ਮਜਬੂਰ ਹੈ ਇੱਕ ਹੁੰਦੀ ਲੱਤ ਤੇ ਅੱਗੇ ਟਰੈਕਟਰ ਸੁੰਦਰ ਸੜਾਇਆ ਇਹਦਾ। ਇਹ ਹੁਣ ਇਹ ਫਿਦਾਨ ਬੁਲਾ ਕੇ ਸਮਝਾਈਏ ਇਹ ਕੀ ਕਰੀਏ? ਹੁਣ ਤੁਸੀਂ ਦੱਸੋ ਇਸ ਮਸਲੇ ਦਾ ਕੀ ਹੱਲ ਕਰੀਏ? ਮੁੜ ਇੰਜੀ ਇਹ ਪੁੱਤਰ ਤੁਸੀਂ ਲਿਖ ਕੇ ਤੇ ਥਾਣੇ ਗੱਲਣਾ ਤਾਂ ਇੱਥੇ ਸਦਾਣਾ ਨਹੀਂ ਤਾਂ ਜਿਕਣ ਆਂਦੇ ਹੋ ਤੁਸੀਂ, ਮੈਂ ਤੇ ਆਂਦੇ ਹੋ ਥਾਣੇ ਗੱਲਣਾ, ਥਾਣੇ ਗੱਲ ਦੇਣਾ, ਆਂਦੇ ਹੋ DSP ਕੋਲ ਗੱਲੋ, DSP ਕੋਲ ਗੱਲ ਦੇਣਾ, ਜਿਕਣ ਆਂਦੇ ਹੋ ਤੁਸੀਂ ਮੇਰਾ ਦਿਲ ਨੇ ਤੁਹਾਡਾ ਮਸਲਾ ਹੱਲ ਹੋ ਜੇ। ਆ ਹੱਲ ਕਰੋ, ਘਰ ਸਾਡਾ ਛੱਡ ਦੇ, ਸਾਡਾ ਘਰ ਛੱਡ ਦੇਵੇ, ਉਸ ਘਰੋਂ ਨਿਕਲ ਕੇ ਉਹਦੇ ਸੁੰਦਰ ਸਾਲ ਬੰਦੇ ਜਾਣ। ਨਹੀਂ ਘਰ ਉਹਦੇ ਵਿੱਚ ਹਿੱਸਾ ਕੋਈ ਨਹੀਂ ਉਹਦਾ ਘਰੇ ਵਿੱਚ। ਨਹੀਂ ਇਹ ਲਿਖ ਕੇ ਦਿੱਤਾ ਜੀ, ਲਿਖ ਕੇ ਦੇ ਆਈ ਦਿੱਤਾ ਡੇਰੇ ਵਾਲੇ ਸਾਰੇ ਕਿ ਨਹੀਂ ਇਹ ਇਹਨਾਂ ਦੀਆਂ ਛਾਤੀਆਂ ਕੀਤੀਆਂ ਨੇ, ਉਹਨਾਂ ਹਿੱਸਾ ਕੋਈ ਨਹੀਂ ਕੱਟਿਆ। ਇੱਕ ਸੈਕਿੰਡ ਮਾਂ ਜੀ, ਇੱਕ ਸੈਕਿੰਡ। ਇਹ ਘਰ ਜਿਹੜਾ ਕਿਤਨੇ ਮਰਲਿਆਂ ਦਾ ਹੈ? ਇਹ ਦੇ 6 ਮਰ ਹਾਂ 6 ਤੇ 6 ਮਰਲਿਆਂ ਵਿੱਚ ਜਿਹੜੇ ਨੇ ਫਿਦਾ ਤੋਂ ਇਲਾਵਾ ਵੀ ਕੋਈ ਰਹਿੰਦਾ ਜਦ ਤੱਕ? ਇੱਕ ਵੱਡਾ ਸਾਲ ਫਿਰਾ ਤੇ ਇੱਕ ਜੋ ਮੇਰਾ ਖਿਆਲ ਹੈ ਬਈ ਥਾਣੇ ਗਲਦੇ ਆ SHO ਨੇ ਆ ਫਿਦਾਤ ਵੀ ਬੁਲਾ ਲਵੇ ਤੇ ਦੁਆਨ ਵੀ ਬੁਲਾ ਲਵੇ ਤੇ ਕੋਸ਼ਿਸ਼ ਕਰਕੇ ਬਹਿ ਕੇ ਜੇ ਇਸ ਮਸਲੇ ਦਾ ਹੱਲ ਨਿਕਲ ਆਵੇ। ਜਿਹੜੇ ਅਗਲੇ ਦੇ ਥਾਣੇ ਉਹਨਾਂ ਸਦਾਇਆ, ਇੱਥੇ ਵੀ ਦਰਖਾਸਤ ਦਿੱਤੀ ਨੇ, ਹਟ ਕੇ ਥਾਣੇ ਵੀ ਦਿੱਤੇ ਨੇ। ਠੀਕ ਹੈ, ਮੋੜ ਉਹਨਾਂ ਦੇ ਸਾਹ ਜੇ ਫਰੀਕ ਦਿੱਤੀ ਹੈ। ਹਾਂ ਦੂਜੀ ਠੀਕ ਹੈ। ਫਰੀਕ ਸੁੰਦਰ ਸਨਾਲ ਹੈ ਤੇ ਫਿਦਾ ਉਹ ਮੋੜ ਅਸੀਂ ਜੀ ਉੱਥੇ ਥਾਣੇ ਗਏ, ਉਸ ਨੇ ਬਣਾਇਆ SHO ਡੇਰਾ। ਉਸ ਆਖਿਆ ਬਈ 11 ਸਿੱਧਾਰੇ ਦਾ ਜਿਹੜੀ ਕਰਦੇ, ਅਸੀਂ ਆਖਿਆ ਠੀਕ ਹੈ। ਹੁਣ ਜਦ ਗੱਲ ਸੁਣਾਈ ਹੈ, ਕਦੀ ਆਂਦਾ ਮੈਂ ਸੋਲਰ ਬਣ ਛੱਡਣੀ ਹੈ, ਕਦੀ ਆਂਦਾ ਮੈਂ ਭੈਣਾਂ ਨੂੰ ਕੁੱਟ ਮੈਨੂੰ ਸਮਝ ਆ ਗਈ ਤੁਹਾਡੀ ਗੱਲੇ ਦੀ। ਇਹਦੇ 'ਚ ਫਿਰ ਅਸੀਂ ਗੱਲ ਇੰਨੀ ਮੁਕਾਉਂਦੇ ਆ ਕਿ ਮੈਂ ਉਨ SHO ਨਾ ਠੀਕ ਹੈ ਉਹ ਦੁਆਨ ਵੀ ਬੁਲਾ ਲਵੇ ਤੇ ਫਿਦਾ ਹੋਰਾਂ ਵੀ ਬੁਲਾ ਲਵੇ। ਠੀਕ ਹੈ, ਆ ਵੇਖੋ ਇੱਕ ਲਾਤਾ ਮੇਰਾ ਛੋੜ ਇਹ ਆਪ ਹੀ ਇਹ ਜਿਹੜੇ ਨੇ ਨਾ ਉੱਥੇ ਥਾਣੇ 'ਚ ਬਹਿ ਕੇ ਤੁਹਾਡਾ ਮੁਕਾ ਦੇਵੇ ਜਿਹੜੇ। ਠੀਕ ਹੈ ਮੋੜ, ਠੀਕ ਹੈ ਪੁੱਤਰ ਜਿਵੇਂ ਤੁਸੀਂ ਆਖੋ। ਨਹੀਂ ਮੈਂ ਤਾਂ ਚਾਹਨਾ ਕਿ ਜਿਗੜ ਤੁਸੀਂ ਆਖੋ।
ठीक है मां जी, मैं कोशिश करता हाँ थोड़ा मसला हल करिए जेड़े। ਤੇ ਮੈਂ ਨਾਂਦੀ ਕਿ ਮੈਂ ਅੱਗ ਲਾ ਛੱਡੀ ਰਾਤ ਤੇ ਸੁੱਤੀ ਪਈ नहीं नहीं ऐसी करते हैं मसला हल जेड़े। भाईजान मैंने ना अपनी बच्ची का सामान किसी के घर रखवाया था, मेरे घर जगह नहीं थी, 2.25 मरले का मकान है, हमारा जॉइंट फैमिली है। तो मैंने उन्हें कहा, उसके दादा अबू ने हिस्सा दिया, तो आगे मेरी बीमारी पे भी लग गया। मैं शुगर पेशेंट हूँ, पिछले साल मेरी बड़ी 3-4 माह तबीयत हद से ज़्यादा ख़राब रही। सिर्फ 2 चीज़ें मुझे बता दें, ये सामान किसके घर आपने रखवाया था? ये मैंने अपनी बच्ची की सहेली के घर। परवीन बीबी हाँ जी, उसकी परवीन माँ। बीबी उसकी माँ है? हाँ उसकी? जी। जो आपकी हाँ बेटी जी। की जो हाँ फ्रेंड जी। है उसकी माँ हाँ है जी। जो, ठीक है। ये कहाँ पे रहती है? ये हमारी गली से 5वीं गली के अंदर रहती है, SHO को कहना, मैं इशू रिजॉल्व करवा देंगे। और वो अब कहती हैं कि ठीक कोई है। सामान नहीं है। मुझे समझ आ गई है, मैं कह रहा हूँ जो है ना वो करवा देते हैं, ठीक है। जी सर 2 महीने हो गए ना सर, मैं जलील होंगे सर, मुलजम उन्होंने पकड़ के छोड़ दिया बारी रिश्वत ले। बेटा मैं ना ये आपकी रिपोर्ट मंगवाई है DSP से। DSP तहसील का अफसर होता है, तहसील में DSP से बड़ा कोई अफसर नहीं होता। जो मैं वही पढ़ रहा हूँ, उसके बाद फिर मैं आपको बताता हूँ। जो आपका मैटर मुझे याद भी है, मैंने जानबूझ के आपका मैटर थाने नहीं भेजा था, DSP के पास इसी वजह से भेजा था कि सेंसिटिव मैटर है और मेरा कोई अच्छा गस्टेड अफसर जो है वो इसकी तफ्तीश करे। सिर्फ 1 मिनट ठहर जाए आप। मैंने आपकी रिपोर्ट पढ़ ली है, अब बताएं आप। जी सर वो कहते हैं ₹1,00,000 डिमांड दो फिर हम पर्चा देंगे आपको। नहीं, इसमें कोई ऐसी चीज नहीं लिखी हुई। आप गलत इल्जाम पुलिस पे न लगाएं आप। नहीं सर कसम से उन्होंने नहीं, आप रिश्वत गलत लेकर- बात कर रही हैं। जो मैं आपसे मुत्तफिक नहीं हुई। ये DSP की रिपोर्ट है, आप जाएं, जी आप अपना मेडिकल करवाएं। मेडिकल के बाद जो आपकी कार्रवाई बनेगी वो मेरी जिम्मेदारी है। वो सर मैं वो लेडीज फॉर्म भी उसने साथ भेजा, वो मैं मेडिकल ही नहीं देते, कागज उन्होंने फाड़ वो दिए। लिखा हुआ है। जो है मैंने आपको जो बात बता दी है ना, मैंने आपको बता दिया है कि आप जाएं, आप पहले अपना मेडिकल करवाएं। जो है हाँ, DSP ने जब लिख के भेज दिया आप मेडिकल करवाएं, आप मेडिकल तो करवाएं ना अपना, उसके बाद जो आपकी कार्रवाई बनेगी वो करेंगे हम लोग। अस्सलाम वालेकुम सर। दसो जी। सर ना ਐਪਲੀਕੇਸ਼ਨ ਦਿੱਤੀ ਅਸੀਂ, ਸਾਡੇ ਕੋਲ ਮਹਿਕਮਾ ਔਕਾਫ ਦੀ ਨਾ ਜ਼ਮੀਨ ਹੈ ਜੀ। ਕਦੋਂ ਲਈ ਜੇ? ਅਸਾਂ ਲੀਜ਼ ਤੇ ਲਈ ਸਰ 2013 ਤੋਂ, ਵੈਸੇ ਤੇ ਪਹਿਲੇ ਤੋਂ ਚੱਲਦੀ ਆ ਰਹੀ ਸੀ, ਅੱਗੋਂ ਅਸਾਂ ਲੀਜ਼ ਤੇ ਕਰਾ ਲਈ 2013 ਤੇ ਸਰ। ਠੀਕ ਹੈ ਜੀ। ਤੇ ਸਰ 10 ਏਕੜ ਸਾਡੇ ਕੋਲ ਕਬਜ਼ਾ ਹੁੰਦਾ ਹੈ, 2 ਏਕੜ ਦਾ ਕੋਈ ਜੀ। ਕਿੰਨੇ ਅਰਸੇ ਦਾ 2 ਏਕੜ ਦਾ ਕਬਜ਼ਾ ਨਹੀਂ? ਤਕਰੀਬਨ ਸਰ 9-10 ਸਾਲ ਹੋ ਗਏ ਨੇ। ਵਕਫੇ ਨਾਲ ਅਸੀਂ ਸਰ ਦਖਲ ਕਰਵਾਇਆ। ਦਖਲ ਦੇ ਦੌਰਾਨ ਉਸ ਤੋਂ ਬਾਵਜੂਦ ਉਹ ਪਾਰਟੀ ਸਰ ਵਾਹ ਲੈਂਦੀ ਹੈ, ਸਾਡੇ ਤੋਂ ਸਟਰੋਂਗ ਨੇ ਤੇ ਵਾਲ ਸਾਹਿਬ ਮੇਰੇ ਇਕੱਲੇ ਨੇ ਸਰ। ਮੈਂ ਜ਼ਰਾ ਛੋਟਾ ਸਾਂ ਤੇ ਇਸ ਵਜ੍ਹਾ ਤੋਂ ਸਟੱਡੀ ਵਿੱਚ ਹੀ ਰਿਹਾ ਹਾਂ। ਮੈਂ 2-3 ਗੱਲਾਂ ਦਾ ਨਾ ਮੈਨੂੰ ਦੱਸੋ। ਜੀ, ਜਿਹੜਾ ਜੀ। ਆਖਰੀ ਤੁਸੀਂ ਦਖਲ ਲਿਆ ਸਰ ਸੀ, ਆਖਰੀ ਦਖਲ ਉਹ ਮੈਂ ਸਿਰਫ ਜ਼ਬਾਨੀ ਦੱਸ। ਜੀ ਜੀ ਸਰ। ਆਖਰੀ ਜਿਹੜਾ ਤੁਸੀਂ ਦਖਲ ਲਿਆ ਸੀ ਉਹ ਕਦੋਂ ਲਿਆ ਹੈ? ਮਹਿਕਮਾ ਮਾਲ ਨੂੰ ਜਾ ਕੇ ਜਾਂ ਵੈਸੇ ਸਰ ਦਖਲ 2024 ਦਾ ਲਾਸਟ ਟਾਈਮ ਸਰ ਹੋਇਆ ਦੋਵੇਂ ਦੱਸ ਛੜੋ। ਸਰ। 2024 ਦਾ ਨਾਲ ਲੱਗਾ ਹੈ ਸਰ। ਅੱਛਾ 2024 ਤਾਂ ਨਹੀਂ, ਮੈਂ ਤੁਹਾਡੀ ਗੱਲ ਤੋਂ ਹੀ ਮੈਂ ਮੰਨ ਲਿਆ ਸੀ ਨਾ, ਕਾਗਜ਼ ਮੈਂ ਤਦ ਵੇਖਾਂਗਾ ਜਦੋਂ ਮੈਨੂੰ ਲੱਗੇਗਾ ਕਿ ਹੁਣ ਤੁਸੀਂ ਜਿਹੜੇ ਨੇ ਨਾ ਉਹ ਸਹੀ ਗੱਲ ਦੇ ਨਾਲ ਜੀ ਸਰ। ਜਿਹੜੇ 2024 ਦਾ ਜਿਹੜਾ ਦਖਲ ਲਿਆ ਸੀ ਜੀ ਸਰ। ਉਸ ਤੋਂ ਬਾਅਦ ਅੱਗੇ ਫਿਰ ਕੀ ਕਾਰਵਾਈ ਹੋਈ? ਸਰ ਕਾਰਵਾਈ ਦੱਸਣਾ ਸਰ, ਸਾਨੂੰ ਫਿਰ ਆਂਦੇ ਸਨ ਜੀ ਤੁਸੀਂ ਠੇਕਾ ਲੈ ਲਵੋ, ਸਾਡੇ ਕੋਈ ਹਿੱਸਾ ਲੈ ਲਵੋ ਸਰ। ਉਹਨਾਂ ਨਾਲ ਅਸੀਂ ਇਸ ਚੀਜ਼ ਤੇ ਮੁਤਮਿਨ ਹੋ ਗਏ ਕਿਉਂ ਸਰ ਸਾਡੇ ਤੇ ਨਾ ਅੱਜ ਤੱਕ ਸ਼ਰੀਫ ਆਦਮੀ ਆ ਸਰ, ਗੈਰ ਕਾਨੂੰਨੀ ਕੰਮ ਨਹੀਂ ਕਰਨਾ ਚਾਹੁੰਦੇ। ਤੇ ਉਹਨਾਂ ਸਰ ਸਾਨੂੰ ਇਸ ਲਾਰੇ ਲੱਭੇ 'ਚ ਰੱਖਿਆ। ਉਸ ਤੋਂ ਬਾਅਦ ਜੀ ਉਹਨਾਂ ਸਾਨੂੰ ਜਵਾਬ ਦੇ ਦਿੱਤਾ। 18 ਤਰੀਕ ਨੂੰ ਸਰ ਮੈਂ ਨਾ ਜੀ ਐਪਲੀਕੇਸ਼ਨ ਇੱਕ ਦਿਨ ਨਾਮਾ ਕੱਸੋ ਕੀ ਥਾਣੇ ਜੀ ਮੇਰੀ ਤਫਤੀਸ਼ ਕਰਦੇ ਨੇ ਰਾਖਤਰ ਸਬ ਇੰਸਪੈਕਟਰ ਸਰ। ਤੇ ਉਹਨਾਂ ਤਫਤੀਸ਼ ਕਰਨ ਤੋਂ ਬਾਅਦ ਸਰ ਦੂਸਰੀ ਪਾਰਟੀ ਨੂੰ ਕਹਿ ਦਿੰਦੇ ਨੇ ਵੀ ਤੁਸੀਂ ਜ਼ਮੀਨ ਦੇ ਨਜ਼ਦੀਕ ਨਹੀਂ ਜਾਣਾ। ਮੈਨੂੰ ਕਹਿ ਦਿੰਦੇ ਨੇ ਵੀ ਤੁਸੀਂ ਜਾ ਕੇ ਬੇਟਾ ਪਾਣੀ ਆਪਣਾ ਲਾਓ। ਸਰ ਮੈਂ ਪਾਣੀ ਲਗਾਉਣਾ ਵਾ ਤਕਰੀਬਨ ਅੱਜ ਤੋਂ 4-5 ਦਿਨ ਪਹਿਲੇ ਸਰ। ਗਾਲਬਨ ਬੁੱਧ ਵਾਲਾ ਦਿਨ ਸੀ ਸਰ। ਦੇਖੋ ਮੈਂ ਤੁਹਾਡੀ ਗੱਲ ਨੂੰ ਕਹਾਂ ਜੀ ਸਰ। ਇਹ ਕੋਈ ਤਰੀਕਾ ਮੁਨਾਸਬ ਨਹੀਂ ਹੈ ਜਿਹੜੇ ਨੇ ਨਾ ਸਿਰਫ ਕਿਸੇ ਬੰਦੇ ਦੇ ਜ਼ਬਾਨੀ ਕਲਾਮੀ ਭਲੇ ਉਹ ਪੁਲਿਸ ਵਾਲਾ ਹੈ, ਭਲੇ ਕੋਈ ਰੈਵਨਿਊ ਵਾਲਾ ਹੈ, ਭਲੇ ਕੋਈ ਹੋਰ ਮੈਂ ਜੀ ਸਰ। ਕਿ ਜੀ ਤੁਸੀਂ ਜਾ ਕੇ ਇਹ ਕੰਮ ਕਰ ਲਓ। ਤੁਹਾਡੇ ਕੋਲ ਅਗਰ ਕੋਈ ਲੀਗਲ ਕੋਈ ਡਾਕੂਮੈਂਟਸ ਮੌਜੂਦ ਨੇ ਨਾ ਜੀ, ਜੀ ਸਰ। ਹੋ ਗਿਆ ਉਹ ਮੈਂ SHO ਨੂੰ ਬਲਕਿ DSP ਸਦਰ ਨੂੰ ਤੁਹਾਡੀ ਐਪਲੀਕੇਸ਼ਨ ਮਾਰ ਕਰ ਰਿਹਾ ਜੀ ਸਰ। ਉਹ ਦੋਨੋਂ ਸੁਣੇਗਾ ਔਰ ਅਗਰ ਜਿਹੜੇ ਨੇ ਉਹਨਾਂ ਦੀ ਬੇਦਖਲੀ ਬਣਦੀ ਹੈ ਤੇ ਅਸੀਂ ਇਸ ਨੂੰ ਰੈਵਨਿਊ ਵਾਲਾ ਦੇ ਕੋਲ ਵੈਰੀਫਾਈ ਕਰਾਉਣ ਤੋਂ ਬਾਅਦ ਉਹ ਕਰਵਾ ਦੇਵਾਂਗੇ। ਨਹੀਂ ਬਣਦੀ ਜਾਂ ਡਾਕੂਮੈਂਟ ਨੂੰ ਰੀਵੈਰੀਫਾਈ ਕਰਵਾਉਣਾ ਤੇ ਇਹਨਾਂ ਨੂੰ ਦੁਬਾਰਾ ਅਸੀਂ ਲਿਖ ਕੇ ਜਿਹੜੇ ਨੇ ਸਰ ਉਹ ਬਿਲਕੁਲ ਜਿਸ ਤਰ੍ਹਾਂ ਤੁਸੀਂ ਆਖੋਗੇ ਸਰ, ਮੇਰੀ ਗੱਲ ਤੇ ਅੱਗੋਂ ਸੁਣ ਲਓ ਮੈਂ ਸੁਣ ਲਈ ਤੁਹਾਡੀ ਗੱਲ ਸਰ। ਅੱਗੇ ਮੈਂ ਇਸ ਪੁਰਾਣੇ ਜਿਹੜਾ ਸਰ ਬੇਦਖਲੀ ਦਾ ਆਰਡਰ ਹੈ ਸਰ ਮੈਂ ਉਹਦੇ ਉੱਤੇ ਉਸ ਠੀਕ ਹੋ ਗਿਆ ਜੀ ਸਰ, ਠੀਕ ਹੋ ਗਿਆ ਮੈਂ ਨਹੀਂ ਕਰ ਸਕਦਾ। ਸਰ। ਨਾ ਕਰੋ ਤੁਸੀਂ, ਲੇਕਿਨ ਸਰ ਮੇਰੀ ਗੱਲ ਤੇ ਛੋਟੀ ਸੁਣ ਲਓ ਸਰ। ਉਸ ਤੋਂ ਬਾਅਦ ਜੀ ਇਨਕੁਆਰੀ SHO ਸਾਹਿਬ ਕੋਲ ਟੁਰ ਗਈ ਹੈ ਸਰ। ਉਸ ਤੋਂ ਬਾਅਦ ਮੈਨੂੰ SHO ਸਾਹਿਬ ਨੂੰ ਪਤਾ ਮੈਨੂੰ ਚੱਲ ਗਿਆ ਉਹਨਾਂ ਦੇ ਤਾਸਰਾਤ ਤੋਂ, ਠੀਕ ਹੈ। ਸਾਨੂੰ ਸਰ ਕੋਰਟ ਨੇ ਸਟੇ ਦੇ ਦਿੱਤਾ ਹੈ। ਸਟੇ ਦਾ ਸਰ ਮਤਲਬ ਇਹ ਸੀ ਵੀ ਤੁਸੀਂ ਦੋਨੋਂ ਪਾਰਟੀਆਂ ਨਾਲ ਨਜ਼ਦੀਕ ਜਾਣ।
SHO ਸਾਹਿਬ ਨੂੰ ਮੈਂ ਸਰ ਸਟੇ ਦਿੱਤਾ, ਮੈਂ ਕਿਹਾ ਸਰ ਸਟੇ ਹੋ ਗਿਆ। ਅਸੀਂ ਉਹਨਾਂ ਆਖਿਆ ਜੀ ਤੁਸੀਂ ਗਵਰਨਮੈਂਟ ਕੋਲ ਦਖਲ ਲੈ ਲਓ, ਤੁਹਾਡੇ ਕੋਲ ਡਾਕੂਮੈਂਟ। ਮੈਂ ਕਿਹਾ ਸਰ ਠੀਕ ਹੈ ਜੀ, ਅਸੀਂ ਦਖਲ ਲੈ ਲੈਂਦੇ ਹਾਂ। ਤਕਰੀਬਨ 8-10 ਦਿਨ ਦਾ ਪ੍ਰੋਸੀਜਰ ਹੈ ਸਰ। ਮੈਂ ਦਿੱਤਾ ਸਟੇ ਉਹਨਾਂ ਨੂੰ, SHO ਸਾਹਿਬ ਨੂੰ। SHO ਸਾਹਿਬ ਨੇ ਸਰ ਸਟੇ ਐਂਡ ਟੇਬਲ 'ਤੇ ਚੁੱਕ ਕੇ ਮਾਰਿਆ, ਕਹਿੰਦਾ ਜੀ ਸਟੇ ਦਾ ਮੈਂ ਕੀ ਕਰਾਂ। ਠੀਕ ਹੈ, ਉਸ ਸਟੇ ਦੇ ਬਾਵਜੂਦ ਸਰ ਉਹਨਾਂ ਨੂੰ ਆਖਿਆ ਜਾ ਕੇ ਤੁਸੀਂ ਪਾਣੀ ਲਗਾਓ। ਉਸ ਪਾਰਟੀ ਸਰ ਪਾਣੀ ਲਗਾ ਦਿੱਤਾ। ਮੈਂ ਸਰ 15 ਤੇ ਕਾਲ ਕੀਤੀ ਸਰ ਸਟੇ ਦੇ ਦੌਰਾਨ ਕਮ ਸੇ ਕਮ ਦੋਵੇਂ ਪਾਰਟੀਆਂ ਨਜ਼ਦੀਕ ਨਾ ਜਾਣ। ਠੀਕ ਹੈ, ਉਹਨਾਂ ਸਰ ਪਾਣੀ ਲਗਾਇਆ। ਪਾਣੀ ਲਗਾਉਣ ਤੋਂ ਬਾਅਦ ਸਰ ਉਲਟਾ SHO ਮੈਨੂੰ ਕਹਿ ਰਿਹਾ ਮੈਂ ਤੇਰੇ ਤੇ ਪਰਚਾ ਦੇ ਦੇਣਾ ਅਗਰ ਤੂੰ 15 ਤੇ ਕਾਲ ਵੀ ਕੀਤੀ। ਮੈਂ ਤੁਹਾਨੂੰ ਵੀ ਗੁਜ਼ਾਰਿਸ਼ ਕਰਾਂ ਜੀ ਸਰ। ਅਗਰ ਦੂਜਾ ਫਰੀਕ ਵੀ ਮੇਰੇ ਸਾਹਮਣੇ ਹੁੰਦਾ ਨਾ ਤੇ ਮੈਂ ਸੁਣ ਕੇ ਤੇ ਮੈਂ ਤੁਹਾਨੂੰ ਇਹ ਗੱਲ ਕਹਿ ਦੇਣੀ ਸੀ ਜੀ ਸਰ। ਕਿ ਜਨਾਬ ਉਹ ਠੀਕ ਕਹਿ ਰਿਹਾ ਨਹੀਂ ਸਰ ਕੋਈ ਜੋ ਨਹੀਂ ਹੈ। ਇਹ ਮੈਂ ਤੁਹਾਡੀ ਦਰਖਾਸਤ DSP ਸਦਰ ਦੇ ਕੋਲ ਭੇਜ ਹੈ ਭੇਜ ਤੋਂ ਸਰ ਠੀਕ ਬਿਹਤਰ ਹੋ ਗਿਆ ਹੈ ਜੀ। ਹਾਂ, ਇਸ ਵਾਸਤੇ ਉਹ ਇਹ ਤਰੀਕਾ ਮੈਂ ਤੁਹਾਨੂੰ ਇਹ ਗੱਲ ਇੱਕ ਸਮਝਾ ਛੜੀ ਹੈ ਕਿ ਜੀ ਕਿਸੇ ਦੇ ਜ਼ਬਾਨੀ ਕਲਾਮੀ ਕਹਿਣ ਦੇ ਉੱਤੇ ਨਾ ਜ਼ਮੀਨਾਂ ਤੇ ਕਬਜ਼ੇ ਲੈ ਜਾਂਦੇ ਨੇ ਨਾ ਜ਼ਮੀਨਾਂ ਦੇ ਕਬਜ਼ੇ ਵਾਪਸ ਹੁੰਦੇ ਨੇ ਜਿਹੜੇ ਸਰ। ਉਹ ਬਿਲਕੁਲ ਇਹ ਬਸ ਇੰਨੀ ਕੁ ਗੱਲ ਸੀ ਜਿਹੜੇ ਨੇ ਜਾ ਕੇ ਉੱਥੇ DSP ਦੇ ਕੋਲ ਪੇਸ਼ ਹੋਵੋ। ਜਿਹੜੇ ਨੇ ਉਹ ਦੂਜੇ ਫਰੀਕ ਨੂੰ ਵੀ ਬੁਲਾ ਲੈਂਦਾ, ਮੈਰਿਟ ਦੇ ਮੁਤਾਬਕ ਜਿਹੜਾ ਫੈਸਲਾ ਹੋਏਗਾ ਕਿਉਂਕਿ ਜ਼ਮੀਨ ਦਾ ਮਾਮਲਾ ਹੈ। ਅਸੀਂ ਸਾਰੀਆਂ ਚੀਜ਼ਾਂ ਨੂੰ ਦੇਖਭਾਲ ਕਰਨ ਤੋਂ ਬਾਅਦ ਅਸੀਂ ਬਿਲਕੁਲ ਬਿਹਤਰ ਹੈ ਜੀ ਸਰ। ਚਲੋ ਮਿਹਰਬਾਨੀ। ਅਵੈਸ ਮੌਕਾ ਬਿਹਤਰ